ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਸੱਚਾ ਨਾਉ ਸੁਣੈ ਵਖਾਣੈ ਜੇਤੜੇ, ਹਉ ਤਿਨ ਬਲਿਹਾਰੈ ਜਾਉ। ਤਾ ਮਨ ਖੀਵਾ ਜਾਣੀਐ, ਜਾ ਮਹਿਲੀ ਪਾਏ ਥਾਉ। ਨਾਉ ਨੀਰ ਚੰਗਿਆਈਆਂ, ਸਤ ਪਰਮਲ ਤਨ ਵਾਸ। ਤਾ ਮੁਖ ਹੋਵੈ ਉਜਲਾ, ਲੱਖ ਦਾਤੇ ਇਕ ਦਾਤ। ਦੁਖ ਤਿਸੈ ਪੈ ਆਖੀਐ, ਸੂਖ ਜਿਸੈ ਹੀ ਪਾਸ। ਸੋ ਕਿਉ ਮਨੋ ਵਿਸਾਰੀਐ, ਜਾ ਕੇ ਜੀ ਪਰਾਣ। ਤਿਸ ਵਿਣ ਸਭ ਅਪਵਿੱਤਰ ਹੈ, ਜੇਤਾ ਪਹਿਨਣ ਖਾਣ। ਹੋਰ ਗੱਲਾਂ ਸਭ ਕੂੜੀਆਂ, ਤੁਧ ਭਾਵੈ ਪਰਵਾਣ। ਸੋ ਕਿਉ ਮਨੋ ਵਿਸਾਰੀਐ, ਜਾ ਕੇ ਜੀ ਪਰਾਣ। ਤਿਸ ਵਿਣ ਸਭ ਅਪਵਿੱਤਰ ਹੈ, ਜੇਤਾ ਪਹਿਨਣ ਖਾਣ। ਹੋਰ ਗੱਲਾਂ ਸਭ ਕੂੜੀਆਂ, ਤੁਧ ਭਾਵੈ ਪਰਵਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हम मैले तुम उजल करते, हम निर्गुण तू दाता। हम मूर्ख तुम चतुर सियाणे। तू सर्ब कला का ज्ञाता, माधो हम ऐसे तू ऐसा। हम पापी तुम पाप खंडन। नीको ठाकुर दिसा, मैं मूर्ख की केतक बात है। कोट पराधी तरिया रे,
ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰ ਭਾਸ ਨਾ ਪਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰ ਭਾਸ ਨਾ ਪਰਿਆ ਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਇਆ ਸਿੰਧ ਕਿਰਪਾ ਨਿਧ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਰੂਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਇਸ ਸੰਸਾਰਿਕ ਪਦਾਰਥਵਾਦੀ ਮਾਹੌਲ ਵਿੱਚੋਂ ਸਤ ਸੰਗਤ ਦੀਆਂ ਅਮੁੱਲ ਘੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਸਤਿਗੁਰਾਂ ਦੇ ਇਸ ਪਾਵਨ ਅਸਥਾਨ ਤੇ ਲੜੀਵਾਰ ਚੱਲ ਰਹੀ ਗੁਰਸ਼ਬਦ ਵਿਚਾਰ ਦੇ ਤਹਿਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪ ਸੰਗਤਾਂ ਨੇ ਆਪਣੇ ਸੋਹਣੇ ਸ਼ਰਵਣਾਂ ਨਾਲ ਸ਼ਰਵਣ ਕੀਤਾ ਹੈ। ਆਓ ਇਸ ਚੱਲ ਰਹੇ ਪਾਵਨ ਸ਼ਬਦ ਦੀ ਵਿਚਾਰ ਵਿੱਚ ਆਪੋ ਆਪਣੀ ਸੁਰਤ ਜੋੜੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਇੱਕ ਤੇ ਸ਼ੁਕਰਾਨਾ ਕਰੀਏ ਜੋ ਸਤਿਗੁਰ ਜੀ ਨੇ ਸੁਹਾਵਣਾ ਸਮਾਂ ਬਖਸ਼ਿਆ ਹੈ। ਦੂਸਰਾ, ਅਰਦਾਸ ਵਿੱਚੋਂ ਇਹ ਮੰਗ ਕਰੀਏ ਸਤਿਗੁਰ ਜੀ ਜੇ ਤਨ ਕਰਕੇ ਜੋੜਿਆ ਹੈ ਤੇ ਮਨ ਸੁਰਤੀ ਕਰਕੇ ਵੀ ਆਪ ਹੀ ਆਪਣੇ ਚਰਨਾਂ ਨਾਲ ਜੋੜ ਲਿਓ, ਕਿਉਂਕਿ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ ਕਿ ਇਹ ਜਿਹੜਾ ਮਨ ਹੈ ਇਹ ਵੱਸ ਵਿੱਚ ਆ ਸਕੇ। ਸਤਿਗੁਰੂ ਜੀ ਨੇ ਬਾਣੀ ਅੰਦਰ ਸਰੀਰ ਰੂਪੀ ਕਿਲੇ ਦਾ ਰਾਜਾ ਇਸ ਮਨ ਨੂੰ ਕਿਹਾ। ਸਰੀਰ ਇੱਕ ਕਿਲਾ ਹੈ ਤੇ ਇਸ ਕਿਲੇ ਨੂੰ ਅਨੇਕਾਂ ਦਰਵਾਜ਼ੇ ਤੇ ਬਾਰੀਆਂ ਹਨ, ਔਰ ਇਸ ਕਿਲੇ ਦਾ ਜੋ ਮਾਲਕ ਹੈ ਉਹਦੀ ਮਰਜ਼ੀ ਦੇ ਮੁਤਾਬਕ ਹੀ ਦਰਵਾਜ਼ਾ ਤੇ ਵਿੰਡੋਜ਼ ਖੁੱਲ੍ਹਦੀਆਂ ਨੇ। ਔਰ ਉਹ ਕਿਲੇ ਦਾ ਮਾਲਕ ਕੌਣ ਹੈ? ਮਨ। ਮਨ ਕਹਿੰਦਾ ਤੇ ਅੱਖਾਂ ਖੁੱਲ੍ਹ ਕੇ ਵੇਖ ਰਹੀਆਂ ਹਨ। ਮਨ ਕਹਿ ਰਿਹਾ ਤੇ ਮੁੱਖ ਰੂਪੀ ਦਰਵਾਜ਼ੇ ਰਾਹੀਂ ਬੋਲ ਰਹੇ ਹਾਂ। ਮਨ ਕਹਿੰਦਾ ਹੈ ਤੇ ਕੰਨਾਂ ਦੀਆਂ ਵਿੰਡੋਜ਼ ਖੁੱਲੀਆਂ ਨੇ, ਸੁਣਾਈ ਦੇ ਰਿਹਾ ਹੈ। ਤੋ ਇਸ ਸਰੀਰ ਰੂਪੀ ਕਿਲੇ ਦਾ ਰਾਜਾ ਹੈ ਮਨ। ਇਸ ਲਈ ਸਾਹਿਬ ਨੇ ਕਿਹਾ ਮਨ ਰਾਜਾ ਸੁਲਤਾਨ। ਮਨ ਰਾਜਾ ਹੈ, ਸੁਲਤਾਨ ਹੈ, ਬਾਦਸ਼ਾਹ ਹੈ, ਮਾਲਕ ਹੈ। ਕਾਹਦਾ? ਇਸ ਸਰੀਰ ਰੂਪੀ ਕਿਲੇ ਦਾ। ਤੇ ਮਹਾਰਾਜ ਇਹ ਮਨ ਰਾਜਾ ਵੱਸ ਵਿੱਚ ਕਿਵੇਂ ਆਉਂਦਾ? ਇੱਕ ਥਾਂ ਤੇ ਸਤਿਗੁਰੂ ਜੀ ਨੇ ਬਚਨ ਕਿਹਾ ਕਿ ਗੁਰੂ ਦੀ ਕਿਰਪਾ ਤੋਂ ਬਗੈਰ ਮਨ ਵੱਸ ਵਿੱਚ ਨਹੀਂ ਆ ਸਕਦਾ। ਕਿਰਪਾ ਕਰੇ ਜੇ ਆਪਣੀ, ਜੇ ਉਹ ਆਪਣੀ ਨਦਰ ਕਿਰਪਾ ਮਹਿਰਾਮਤ ਬਖਸ਼ਿਸ਼ ਅਕਾਲ ਪੁਰਖ ਵਾਹਿਗੁਰੂ ਕਰਨ ਤਾਂ ਮਹਾਰਾਜ ਕਹਿੰਦੇ ਮਨ ਵਸ ਆਵੇ ਨਾਨਕਾ
ਜੇ ਪੂਰਨ ਕਿਰਪਾ ਹੋਏ। ਤੇ ਸਤਿਗੁਰੂ ਜੀ ਨੇ ਦੂਜੀ ਬਖਸ਼ਿਸ਼ ਕੀਤੀ, ਕਹਿੰਦੇ ਕਿਲੇ ਦਾ ਰਾਜਾ ਵਸ ਵਿੱਚ ਆ ਸਕਦਾ ਹੈ, ਕਿਲੇ ਦਾ ਰਾਜਾ ਪਕੜ ਵਿੱਚ ਆ ਸਕਦਾ ਹੈ, ਕਿਲੇ ਦਾ ਰਾਜਾ ਇਹ ਜਿੰਦ ਆਤਮਾ ਤੇਰੇ ਮੁਤਾਬਕ ਸ਼ੁਭ ਕਰਮ ਕਰਵਾ ਸਕਦਾ ਹੈ। ਮਹਾਰਾਜ ਕਦੋਂ? ਕਹਿੰਦੇ ਜਦੋਂ ਸਾਧ ਸੰਗਤ ਦੀ ਤੇ ਗੁਰੂ ਦੀ ਕਿਰਪਾ ਹੋ ਜਾਏ। ਦੇਖੋ ਤੁਸੀਂ ਸਾਧ ਸੰਗਤ ਵਿੱਚ ਆਪਾਂ ਜੁੜ ਬੈਠੇ ਆ, ਸਾਹਿਬ ਨੇ ਕਿਹਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ। ਗੱਡ ਕਹਿੰਦੇ ਕਿਲੇ ਨੂੰ, ਰਾਜਾ ਉਸ ਕਿਲੇ ਦਾ ਮਾਲਕ ਹੈ ਮਨ। ਮਹਾਰਾਜ ਕਹਿੰਦੇ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ। ਇਸ ਕਿਲੇ ਦੇ ਰਾਜੇ ਨੂੰ ਪਕੜਿਆ ਜਾ ਸਕਦਾ ਹੈ, ਪਰ ਜੇ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਹੋ ਜਾਏ। ਆਓ ਉਸ ਸਥਾਨ ਤੇ ਜੁੜ ਬੈਠੇ ਹੋ, ਸਤਿਗੁਰ ਜੀ ਦੀ ਕਿਰਪਾ ਲੈਣ ਵਾਸਤੇ ਇੱਕ ਵਾਰ ਲਾਓ ਹਾਜ਼ਰੀ, ਸੁਰਤ ਜੋੜ ਕੇ, ਦੋਵੇਂ ਹੱਥ ਜੋੜ ਕੇ, ਨੇਤਰ ਮੁੰਦ ਕੇ, ਅੰਦਰਲੇ ਧਿਆਨ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਕਹਿੰਦੇ ਆ ਮੁਖ ਪਵਿੱਤਰ, ਤੇ ਵਾਹਿਗੁਰੂ ਕਹਿੰਦੇ ਆ ਸਵਾਸਾਂ ਦਾ ਭਲਾ। ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਨੇ। ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ। ਸੱਚ ਸਰਾ ਗੁੜ ਬਹਾਰਾ, ਜਿਸ ਵਿੱਚ ਸੱਚਾ ਨਾਉ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਸ਼ਬਦ ਦੀ ਵਿਚਾਰ ਤੁਸੀਂ ਕੱਲ ਤੋਂ ਸੁਣ ਰਹੇ ਹੋ, ਇਹਦੇ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਕੂੜ ਰੂਪੀ ਇੱਕ ਅਮਲ ਦਾ ਗੋਲਾ, ਭਾਵ ਨਸ਼ੇ ਦਾ ਗਲੋਲਾ ਆ। ਸੰਸਾਰ ਉਸ ਮਾਵੇ ਦਾ, ਉਸ ਨਸ਼ੇ ਦੇ ਗੋਲੇ ਦਾ ਸੇਵਨ ਕਰ ਰਿਹਾ ਹੈ। ਉਹ ਜਿਹੜਾ ਨਸ਼ੇ ਦਾ ਗੋਲਾ, ਜਿਹਦਾ ਨਾਮ ਸਾਹਿਬ ਨੇ ਕਿਹਾ ਕੂੜ। ਕਿਸੇ ਨਸ਼ੇ ਦਾ ਨਾਮ ਕਿਸੇ ਨੇ ਕੋਈ ਰੱਖਿਆ ਹੋਇਆ, ਤਰ੍ਹਾਂ ਤਰ੍ਹਾਂ ਦੇ ਨਸ਼ੇ ਨੇ, ਵੱਖਰੇ ਵੱਖਰੇ ਨਾਮ ਨੇ, ਪਰ ਜਿਹੜੇ ਨਸ਼ੇ ਦਾ ਜ਼ਿਕਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਰ ਰਹੇ, ਸਤਿਗੁਰੂ ਕਹਿੰਦੇ ਕੂੜ ਦਾ ਇੱਕ ਨਸ਼ਾ ਹੈ ਤੇ ਸਾਰਾ ਹੀ ਸੰਸਾਰ ਉਹਦਾ ਸੇਵਨ ਕਰ ਰਿਹਾ ਹੈ। ਉਹ ਕੂੜ ਦਾ ਨਸ਼ਾ ਪੈਦਾ ਕਿਹਨੇ ਕੀਤਾ? ਉਸ ਅਕਾਲ ਪੁਰਖ ਨੇ। ਤੇ ਨਸ਼ਾ ਕੀ ਹੈ? ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਸਰੀਰ ਦਾ ਨਸ਼ਾ ਹੈ। ਮੈਂ ਇੰਨਾ ਬਲਵਾਨ ਹਾਂ, ਮੈਂ ਇੰਨਾ ਸੁੰਦਰ ਸਰੂਪ ਹਾਂ। ਫਿਰ ਆਪਣੇ ਪਦਾਰਥਾਂ ਦਾ ਨਸ਼ਾ ਹੈ, ਮੇਰੇ ਕੋਲ ਇੰਨੀ ਪ੍ਰਾਪਰਟੀ ਹੈ, ਮੇਰੇ ਭੈਣ ਭਾਈ ਫਲਾਣੇ ਅਹੁਦੇ ਤੇ ਬੈਠੇ ਨੇ। ਸੰਸਾਰ ਦੀ ਹਰ ਸ਼ੈ ਕੂੜ ਦੇ ਰੂਪ ਵਿੱਚ ਬੰਦਾ ਉਹਦਾ ਸੇਵਨ ਕਰ ਰਿਹਾ ਹੈ ਤੇ ਮਾਣ ਅਹੰਕਾਰ ਵਿੱਚ ਉਹ ਮੱਤਿਆ ਜਾ ਰਿਹਾ ਹੈ। ਅਹੰਕਾਰ ਮੱਤਣ ਦਾ ਅਰਥ ਹੈ ਨਸ਼ਾ ਚੜ ਜਾਣਾ, ਮਸਤ ਹੋਣਾ। ਸਤਿਗੁਰੂ ਕਹਿੰਦੇ ਕੂੜ ਦਾ ਨਸ਼ਾ ਫਿਰ ਸੰਸਾਰ ਨੂੰ ਚੜਿਆ ਹੋਇਆ। ਲੋਕ ਹਉਮੈ ਵਿੱਚ, ਅਹੰਕਾਰ ਵਿੱਚ ਮਸਤ ਹੋ ਗਏ ਤੇ ਅਹੰਕਾਰ ਵਿੱਚ ਮੱਤਿਆਂ ਹੋਇਆਂ ਕੋਲੋਂ ਸੰਸਾਰ ਵਿੱਚ ਵਿਕਾਰ ਹੋ ਰਹੇ ਨੇ। ਅਹੰਕਾਰ ਵਿੱਚ ਮੱਤਿਆਂ ਹੋਇਆਂ ਕੋਲੋਂ ਸੰਸਾਰ ਵਿੱਚ ਦੁਰਾਚਾਰ ਹੋ ਰਹੇ ਨੇ। ਅਹੰਕਾਰ ਵਿੱਚ ਮੱਤਿਆਂ ਹੋਇਆਂ ਕੋਲੋਂ ਪਰ ਉਪਕਾਰ ਨਹੀਂ, ਦੁਰਾਚਾਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ, ਜਿਹਦੇ ਕਰਕੇ ਇਹ ਆਤਮਾ ਪਾਪ ਆਤਮਾ ਹੋ ਜਾਏਗੀ ਔਰ ਜੀਵ ਦਾ ਜਨਮ ਮਰਨ ਕਦੇ ਖਤਮ ਨਹੀਂ ਹੋਏਗਾ। ਮਹਾਰਾਜ ਨਸ਼ਾ ਉਤਰੇ ਕਿਵੇਂ? ਤਾਂ ਸਾਹਿਬ ਕਹਿੰਦੇ ਸਤਿਗੁਰ ਦੀ ਬਾਣੀ ਤੋਂ ਬਗੈਰ, ਗੁਰੂ ਦੇ ਉਪਦੇਸ਼ ਤੋਂ ਬਗੈਰ, ਗੁਰੂ ਦੇ ਬਚਨ ਤੋਂ ਬਗੈਰ ਤੇਰਾ ਇਹ ਨਸ਼ਾ ਉਤਰਨ ਵਾਲਾ ਨਹੀਂ। ਇਹ ਕਿਸੇ ਇੱਕ ਦੀ ਕਹਾਣੀ ਨਹੀਂ, ਸਤਿਗੁਰੂ ਸਮੁੱਚੀ ਮਾਨਵਤਾ ਦੀ ਕਹਾਣੀ ਦੱਸ ਰਹੇ ਨੇ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਇਆ ਬਾਬੀ ਵੇਵ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨ ਪੁੱਛੇ ਜਾਤ, ਸਤਵੇਂ ਸੰਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸਵਾ, ਗਏ ਸੰਗੀਤ ਪੁਕਾਰੀ ਧਾ, ਉਡਿਆ ਹੰਸ ਦਸਾਏ ਰਾਹ, ਆਇਆ ਗਿਆ ਮੂਇਆ ਨਾਉ, ਪਿੱਛੇ ਪਤਲ ਸੱਦਿਓ ਕਾਵ। ਸਤਿਗੁਰੂ ਕਹਿੰਦੇ ਆ ਇਹ ਬੰਦੇ ਦੀ ਕਹਾਣੀ ਸੀ। ਤੇ ਗੱਲ ਕਿੱਥੇ ਮੁਕਾਈ?
ਕਹਿੰਦੇ ਦੁਨੀਆ ਦੇ ਲੋਕੋ ਪਿਛਲ ਪਤਲ ਸਦਿਓ ਕਾਵ, ਨਾਨਕ ਮਨ ਮੁਖ ਅੰਧ ਪਿਆਰ, ਵਾਜ ਗੁਰੂ ਡੁੱਬਾ ਸੰਸਾਰ। ਇੱਕ ਨਹੀਂ, ਪੂਰਾ ਸੰਸਾਰ ਇਹਦੇ ਵਿੱਚ ਡੁੱਬ ਰਿਹਾ ਹੈ। ਇਸ ਕੂੜ ਦੇ ਨਸ਼ੇ ਦਾ ਸੇਵਨ ਪੂਰਾ ਸੰਸਾਰ ਕਰਕੇ ਡੁੱਬ ਰਿਹਾ ਹੈ, ਕਿਸੇ ਇੱਕ ਦੀ ਕਹਾਣੀ ਨਹੀਂ। ਔਰ ਇਸ ਕੂੜ ਵਿੱਚੋਂ ਜਿਹੜਾ ਦੁੱਖ ਪੈਦਾ ਹੋ ਰਿਹਾ ਹੈ ਉਹ ਕਿਸੇ ਇੱਕ ਨੂੰ, ਦੋ ਨੂੰ, ਚੌਂ ਨੂੰ, ਦਸਾਂ ਨੂੰ ਨਹੀਂ, ਪੂਰੇ ਸੰਸਾਰ ਨੂੰ ਵਿਆਪਿਆ ਹੋਇਆ। ਤਾਂ ਹੀ ਸਾਹਿਬ ਨੇ ਇੱਕ ਬਚਨ ਕਿਹਾ, ਬਾਲੀ ਰੋਵੈ ਨਹ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਕਿਸੇ ਇੱਕ ਦੇ ਦੁੱਖ ਦੀ ਕਹਾਣੀ ਨਹੀਂ, ਪੂਰਾ ਸੰਸਾਰ ਦੁਖੀ ਹੈ ਤੇ ਪੂਰਾ ਸੰਸਾਰ ਇਸ ਦੁੱਖ ਵਿੱਚ ਸੜ ਰਿਹਾ ਹੈ। ਬਾਬਾ ਫਰੀਦ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਦੁਨੀਆ ਦੇ ਲੋਕੋ ਇਹ ਅੱਗ ਸੀ ਜਿਹੜੀ ਇੱਕ ਨੂੰ ਨਹੀਂ, ਇਹ ਕੂੜ ਦੇ ਨਸ਼ੇ ਦੀ ਅੱਗ ਹਰ ਘਰ ਵਿੱਚ ਵਿਆਪੀ, ਹਰ ਸਰੀਰ ਨੂੰ ਵਿਆਪੀ, ਹਰ ਥਾਂ ਉੱਤੇ ਵਿਆਪੀ। ਇਸ ਅੱਗ ਤੋਂ ਕੋਈ ਬਚ ਨਹੀਂ ਸਕਿਆ। ਉਹ ਕਹਿੰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ। ਜਿਹੜਾ ਦੁੱਖ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ, ਉਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਜਾਣਿਆ ਦੁੱਖ ਮੁਝ ਕੋ। ਦੁੱਖ ਸਵਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾਂ ਅੱਗ। ਉਸੇ ਅੱਗ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਕਹਿੰਦੇ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਗੁਰੂ ਨਾਨਕ ਸਾਹਿਬ ਨੇ ਜਦੋਂ ਧਿਆਨ ਧਰ ਕੇ ਵੇਖਿਆ ਤੇ ਨਜ਼ਰ ਕੀ ਆਇਆ, ਸਾਰੀ ਪ੍ਰਿਥਵੀ, ਸਾਰੀ ਧਰਤੀ ਦੇ ਲੋਕ ਸੜ ਰਹੇ ਨੇ ਅੱਗ ਵਿੱਚ। ਹੁਣ ਉਸ ਅੱਗ ਨੂੰ ਬੁਝਾਉਣ ਲਈ ਫਿਰ ਗੁਰੂ ਨਾਨਕ ਸਾਹਿਬ ਤੁਰੇ। ਉਹ ਅੱਗ ਸਤਿਗੁਰੂ ਦੀ ਬਾਣੀ ਤੋਂ ਬਗੈਰ, ਗੁਰੂ ਦੇ ਉਪਦੇਸ਼ ਤੋਂ ਬਗੈਰ ਨਹੀਂ ਬੁਝੇਗੀ। ਹਜ਼ੂਰ ਨੇ ਇੱਕ ਥਾਂ ਹੋਰ ਜ਼ਿਕਰ ਕੀਤਾ, ਉਹਦੇ ਵਿੱਚ ਸਾਹਿਬ ਨੇ ਇੱਕ ਦੋ ਚੌਂ ਦੀ ਕਹਾਣੀ ਦਾ ਜ਼ਿਕਰ ਨਹੀਂ, ਕਿਉਂਕਿ ਅੱਜ ਦਾ ਸ਼ਬਦ ਕਿਸੇ ਇੱਕ ਨੂੰ ਸੰਬੋਧਨ ਕਰਕੇ ਨਹੀਂ, ਪੂਰੀ ਸ੍ਰਿਸ਼ਟੀ ਨੂੰ ਸਤਿਗੁਰੂ ਕਹਿ ਰਹੇ ਨੇ। ਰੱਬ ਦਾ ਪੈਦਾ ਕੀਤਾ ਹੋਇਆ ਸੰਸਾਰ ਕੂੜ ਦਾ ਨਸ਼ਾ ਹੈ, ਪਦਾਰਥ ਕੂੜ ਦੇ ਨਸ਼ੇ ਨੇ। ਜਿਹਨੂੰ ਇਹ ਨਸ਼ੇ ਰੂਪ ਵਿੱਚ ਕੂੜ ਚੰਬੜਿਆ, ਉਹ ਬੰਦੇ ਅਹੰਕਾਰ ਵਿੱਚ ਮਸਤ ਹੋਏ, ਅਹੰਕਾਰ ਵਿੱਚ ਮੱਤਿਆਂ ਹੋਇਆਂ ਕੋਲੋਂ ਦੁਨੀਆ ਵਿੱਚ ਵਿਕਾਰ ਹੋ ਗਏ, ਦੁਰਾਚਾਰ ਹੋ ਗਏ ਤੇ ਉਹ ਬੰਦੇ ਰੱਬ ਤੋਂ ਦੂਰ ਚਲੇ ਗਏ। ਹੁਣ ਖਿਆਲ ਕਰਿਓ, ਉੱਥੇ ਸਾਹਿਬ ਕਹਿੰਦੇ ਨੇ ਇਹ ਤਾਂ ਸੰਸਾਰ ਵਿੱਚ ਜਿਹੜਾ ਵੀ ਆਇਆ ਉਹ ਇਸ ਅੱਗ ਵਿੱਚ ਸੜਿਆ ਜ਼ਰੂਰ ਹੈ। ਹਜ਼ੂਰ ਕਹਿੰਦੇ ਹਉਮੈ ਕਰ ਕਰ ਜਾਏ ਸੀ। ਮਹਾਰਾਜ ਕੌਣ ਅਹੰਕਾਰ ਦਾ ਨਸ਼ਾ ਕਰ ਰਿਹਾ? ਕਿਹੜੇ ਬੰਦੇ ਨੂੰ ਹਉਮੈ ਦਾ ਨਸ਼ਾ ਹੈ? ਕਿਹੜੇ ਬੰਦੇ ਨੂੰ ਕੂੜ ਦਾ ਗਲੋਲਾ ਨਸ਼ਾ ਚੜਿਆ ਹੋਇਆ? ਸਤਿਗੁਰੂ ਕਹਿੰਦੇ ਹਉਮੈ ਕਰ ਕਰ ਜਾਏ ਸੀ, ਜੋ ਆਇਆ ਜਗ ਮਾਹੇ। ਇੱਥੇ ਜੋ ਦਾ ਅਰਥ ਸਰਵ ਸਾਂਝੀ ਦਾ ਇੱਕ ਸ਼ਬਦ ਹੈ, ਜਿਹਦੇ ਵਿੱਚ ਬਹੁ ਵਚਨ ਰੂਪ ਕਿ ਇੱਕ ਦੋ ਨਹੀਂ, ਜੋ ਵੀ ਦੁਨੀਆ ਵਿੱਚ ਆਇਆ ਉਹਨੂੰ ਹਉਮੈ ਦੀ ਅੱਗ ਦਾ ਨਸ਼ਾ ਜ਼ਰੂਰ ਲੱਗਾ, ਉਹਨੂੰ ਹਉਮੈ ਦੀ ਅੱਗ ਨੇ ਜ਼ਰੂਰ ਸਾੜਿਆ। ਹਉਮੈ ਕਰ ਕਰ ਜਾਏ ਸੀ, ਉਹਨੇ ਹਉਮੈ ਦਾ ਨਸ਼ਾ ਕੀਤਾ। ਕਹਿੰਦੇ ਜੋ ਆਇਆ ਜਗ ਮਾਹੇ, ਸਭ ਜਗ ਕਾਜਲ ਕੋਠੜੀ, ਤਨ ਮਨ ਦੇ ਸੁਆਹੇ। ਕਹਿੰਦੇ ਸਾਰਾ ਸੰਸਾਰ ਇੱਕ ਕੱਜਲ ਕਾਲਖ ਦੀ ਕੋਠੜੀ ਆ। ਜਿਹੜਾ ਇਹਦੇ ਵਿੱਚ ਪੈਦਾ ਹੋਇਆ ਉਹਨੂੰ ਕਾਲਖ ਜ਼ਰੂਰ ਲੱਗੀ ਨਸ਼ੇ ਦੀ। ਜਿਹੜਾ ਸੰਸਾਰ ਵਿੱਚ ਜਿਹਨੇ ਸਰੀਰ ਧਾਰਿਆ ਉਹ ਇਸ ਕਾਲਖ ਤੋਂ, ਇਸ ਅੱਗ ਤੋਂ, ਇਸ ਨਸ਼ੇ ਤੋਂ ਬਚ ਨਹੀਂ ਸਕਿਆ। ਹਰ ਬੰਦੇ ਨੂੰ ਤ੍ਰਿਸ਼ਨਾ ਦੀ ਅੱਗ ਨੇ ਸਾੜਿਆ। ਪੁੱਛਿਆ ਸਤਿਗੁਰੂ ਕੋਈ ਤੇ ਹੋਏਗਾ ਜਿਹੜਾ ਬਚੇਗਾ? ਤੁਸੀਂ ਕਹਿੰਦੇ ਹੋ ਸਾਰੇ ਹੀ ਨਸ਼ਾ ਕਰ ਰਹੇ ਨੇ, ਤੁਸੀਂ ਕਹਿੰਦੇ ਹੋ ਸਾਰਾ ਸੰਸਾਰ ਅੱਗ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਕਾਰਾਂ ਦੀ ਭੱਠੀ ਵਿੱਚ ਸੜ ਰਹੀ ਹੈ, ਸਾਰੀ ਪ੍ਰਿਥਵੀ ਗੁਰੂ ਨਾਨਕ ਸਾਹਿਬ ਨੂੰ ਜਲਦੀ ਹੋਈ ਨਜ਼ਰ ਆਈ। ਮਹਾਰਾਜ ਬਚੇ ਕੌਣ? ਤੇ ਸਾਹਿਬ ਕਹਿੰਦੇ ਹਾਂ ਜਿਹੜੇ ਬਚੇ ਉਹਨਾਂ ਬਾਰੇ ਸੁਣਿਓ ਤੇ ਕਿਵੇਂ ਬਚੇ ਇਹ ਵੀ ਸੁਣਿਓ। ਹਉਮੈ ਕਰ ਕਰ ਜਾਏ ਸੀ, ਜੋ ਆਇਆ ਜਗ ਮਾਹੇ, ਸਭ ਜਗ ਕਾਜਲ ਕੋਠੜੀ, ਤਨ ਮਨ ਦੇ ਸੁਆਹੇ। ਗੁਰ ਰਾਖੇ ਸੇ ਉਬਰੇ, ਸ਼ਬਦ ਨਿਵਾਰੀ ਪਾਹੇ। ਕਹਿੰਦੇ ਜਿਨ੍ਹਾਂ ਨੂੰ ਗੁਰੂ ਨੇ ਰੱਖਿਆ ਉਹ ਬੰਦੇ ਇਸ ਕੱਜਲ ਤੋਂ, ਕਾਲਖ ਤੋਂ, ਤ੍ਰਿਸ਼ਨਾ ਦੀ ਅੱਗ ਤੋਂ, ਹਉਮੈ ਦੀ ਤ੍ਰਿਸ਼ਨਾ ਦੀ ਅੱਗ ਨਸ਼ੇ ਤੋਂ ਬਚ ਗਏ। ਭਲਿਓ
ਉਹਨਾਂ ਨੇ ਗੁਰੂ ਦੇ ਸ਼ਬਦ ਦਾ ਸੇਵਨ ਕੀਤਾ ਤੇ ਤ੍ਰਿਸ਼ਨਾ ਦੀ ਅੱਗ ਬੁਝ ਗਈ। ਉਹਨਾਂ ਦੇ ਮਨ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਨਸ਼ਾ ਆਇਆ ਤੇ ਸੰਸਾਰ ਦੇ ਕੂੜ ਦਾ ਨਸ਼ਾ ਖਤਮ ਹੋ ਗਿਆ। ਕੂੜ ਦੇ ਨਸ਼ੇ ਦੀ ਥਾਂ ਸਤਿਗੁਰ ਨੇ ਫਿਰ ਉਸ ਸਿੱਖ ਨੂੰ ਇੱਕ ਨਸ਼ਾ ਦਿੱਤਾ ਹੈ। ਕਹਿੰਦੇ ਭਲਿਆ, ਜੇ ਤੂੰ ਨਸ਼ਾ ਹੀ ਕਰਨਾ ਇਸ ਚੀਜ਼ ਦਾ ਕਰਕੇ ਵੇਖ, ਕੂੜ ਦਾ ਨਸ਼ਾ ਤੈਨੂੰ ਡੋਬ ਦੇਗਾ ਤੇ ਸੱਚ ਦਾ ਨਸ਼ਾ ਤੈਨੂੰ ਤਾਰ ਦੇਗਾ। ਜਿਹੜਾ ਬਚਨ ਆਪਾਂ ਕੱਲ ਸਾਂਝਾ ਕੀਤਾ ਸੀ, ਜਿੱਥੇ ਸਾਹਿਬ ਕਹਿੰਦੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਉੱਥੇ ਸਤਿਗੁਰੂ ਕਹਿੰਦੇ ਕੂੜ ਸੋਇਨਾ ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਮੰਡਪ ਕੂੜ ਮਾੜੀ, ਕੂੜ ਵੈਸਣ ਹਾਰ, ਕੂੜ ਮੀਆਂ ਕੂੜ ਬੀਬੀ। ਪਤੀ ਵੀ ਕੂੜ ਹੈ ਤੇ ਪਤਨੀ ਵੀ ਕੂੜ ਹੈ, ਨਸ਼ਾ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੇ ਨੇ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਅਗਲੀ ਪੰਕਤੀ ਸੁਣਿਓ, ਕਹਿੰਦੇ ਕੂੜ ਮਿੱਠਾ ਕੂੜ ਮਾਖਿਓ। ਇਹ ਕੂੜ ਦਾ ਨਸ਼ਾ ਇੰਨਾ ਮਿੱਠਾ ਹੈ, ਮਹਾਰਾਜ ਕਹਿੰਦੇ ਸ਼ਹਿਦ ਨਾਲੋਂ ਵੀ ਮਿੱਠਾ ਹੈ। ਬੰਦੇ ਨੂੰ ਉਸਤਤ ਸੁਣਨ ਦਾ ਨਸ਼ਾ ਲੱਗ ਜਾਏ ਤੇ ਸਭ ਤੋਂ ਮਿੱਠਾ ਨਸ਼ਾ ਹੈ। ਨਿੰਦਿਆ ਦਾ ਨਸ਼ਾ ਲੱਗ ਜਾਏ, ਬੜਾ ਭਿਆਨਕ ਨਸ਼ਾ ਹੈ। ਸਤਿਗੁਰੂ ਕਹਿੰਦੇ ਇਹ ਨਸ਼ੇ ਦੇ ਰੂਪ ਵਿੱਚ ਔਗਣ ਚਿੰਬੜੇ ਨੇ। ਭਲਿਆ, ਇਹ ਕੂੜ ਕਿੰਨਾ ਕੁ ਮਿੱਠਾ ਹੈ। ਕਹਿੰਦੇ ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣੈ ਬੇਨਤੀ ਤੁਧ ਵਾਜ ਕੂੜੋਂ ਕੂੜ। ਕਹਿੰਦੇ ਸੱਚ ਇਹ ਆ, ਇਸ ਕੂੜ ਦੇ ਨਸ਼ੇ ਨੇ ਪੂਰਾਂ ਦੇ ਪੂਰ ਡੋਬ ਕੇ ਰੱਖ ਦਿੱਤੇ। ਤੇ ਹਕੀਕਤ ਇਹ ਹੈ ਦੁਨੀਆ ਦੇ ਲੋਕੋ, ਇੱਕ ਰੱਬ ਤੋਂ ਬਗੈਰ, ਇੱਕ ਸੱਚ ਤੋਂ ਬਗੈਰ ਸਭ ਕੁਝ ਕੂੜ ਹੈ। ਇੱਕ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸਭ ਕੁਝ ਜੋ ਨਜ਼ਰ ਪੈ ਰਿਹਾ ਸਭ ਕੁਝ ਕੂੜ ਹੈ, ਸਭ ਕੁਝ ਝੂਠ ਹੈ। ਨਾਨਕ ਬਖਾਣੇ ਬੇਨਤੀ ਤੁਧ ਵਾਜ ਕੂੜੋ ਕੂੜ। ਅੱਗੇ ਸਾਹਿਬ ਨੇ ਨਾਲ ਇੱਕ ਸ਼ਲੋਕ ਹੋਰ ਕਿਹਾ, ਕਹਿੰਦੇ ਸੱਚ ਸਭਨਾ ਹੋਏ ਦਾਰੂ। ਜਿਹਨੂੰ ਕੂੜ ਦਾ ਨਸ਼ਾ ਲੱਗਦਾ ਉਹ ਦਵਾਈ ਲੈਂਦਾ। ਫਿਰ ਜਿਹਨੂੰ ਦੁਨਿਆਵੀ ਨਸ਼ਾ ਲੱਗਿਆ ਹੋਵੇ ਉਹਨੂੰ ਛਡਾਉਣ ਵਾਸਤੇ ਕਿਸੇ ਕੇਂਦਰ 'ਚ ਲੈ ਕੇ ਜਾਣਾ ਪੈਂਦਾ। ਇਹ ਨਸ਼ਾ ਛਡਾਓ ਕੇਂਦਰ ਆ। ਆਪਾਂ ਨੂੰ ਜਿਹੜਾ ਨਸ਼ਾ ਵਿਆਪਿਆ ਕੂੜ ਦਾ, ਭਾਵੇਂ ਸਰੀਰ ਦਾ ਅਹੰਕਾਰ, ਭਾਵੇਂ ਵਿਦਿਆ ਦਾ ਅਹੰਕਾਰ, ਭਾਵੇਂ ਪੁੱਤਰ ਧੀਆਂ ਦਾ ਅਹੰਕਾਰ, ਭਾਵੇਂ ਬੰਦੇ ਨੂੰ ਆਪਣੇ ਜੋਬਨ ਜਵਾਨੀ ਦਾ ਅਹੰਕਾਰ, ਭਾਵੇਂ ਪਦਾਰਥਾਂ ਦਾ ਅਹੰਕਾਰ, ਮਾਫ ਕਰਿਓ, ਇਹ ਹਉਮੈ ਦਾ ਨਸ਼ਾ ਸਾਨੂੰ ਸਾਰਿਆਂ ਨੂੰ ਚੰਬੜਿਆ। ਤੇ ਛਡਾਊ ਕੇਂਦਰ ਕਿਹੜਾ ਹੈ? ਸਤਿਗੁਰੂ ਕਹਿੰਦੇ ਜਿੱਥੇ ਤੂੰ ਬੈਠੇ ਸੰਗਤ ਵਿੱਚ ਆ, ਗੁਰੂ ਦੀ ਸਾਧ ਸੰਗਤ ਨਸ਼ਾ ਛਡਾਊ ਕੇਂਦਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕੂੜ ਦਾ ਨਸ਼ਾ ਛਡਾਏਗਾ। ਮਹਾਰਾਜ ਕਿੱਥੇ ਛੁੱਟੇਗਾ? ਹਜ਼ੂਰ ਕਹਿੰਦੇ ਸੱਚ ਸਭਨਾ ਹੋਏ ਦਾਰੂ। ਦਾਰੂ ਦਾ ਅਰਥ ਦਵਾਈ, ਦਾਰੂ ਦਾ ਅਰਥ ਇਲਾਜ ਵਾਲੀ ਉਹ ਮੈਡੀਸਨ, ਉਹ ਸੱਚ ਹੈ ਤੇ ਗੁਰੂ ਦੇ ਕੋਲੋਂ ਮਿਲੇਗੀ। ਜਿੱਦਣ ਗੁਰੂ ਦੀ ਸੰਗਤ ਵਿੱਚ ਇਹ ਨਸ਼ਾ ਛਡਾਉਣ ਲਈ ਆਏਗਾ, ਉਦਣ ਗੁਰੂ ਤੈਨੂੰ ਸੱਚ ਦੀ ਦਵਾਈ ਦੇਣਗੇ। ਤੇ ਚਿੱਤ ਜੋੜ ਕੇ ਜਪ ਲਈ ਸਤਨਾਮ ਸ੍ਰੀ ਵਾਹਿਗੁਰੂ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਭਾਈ ਜਿਨ੍ਹਾਂ ਦੇ ਪੱਲੇ ਗੁਰੂ ਨੇ ਸੱਚ ਦਿੱਤਾ, ਉਹਨਾਂ ਨੂੰ ਕੂੜ ਦਾ ਨਸ਼ਾ ਨਹੀਂ ਵਿਆਪਿਆ, ਉਹ ਕੂੜ ਦੇ ਨਸ਼ੇ ਤੋਂ ਮੁਕਤ ਹੋ ਗਏ। ਇੱਕ ਪ੍ਰਮਾਣ ਸੁਣਿਓ, ਫਿਰ ਆਪਾਂ ਵਿਚਾਰ ਅੱਗੇ ਤੋਰਨੀ। ਗੁਰੂ ਸੱਚ ਦੀ ਦਵਾਈ ਕਿਹੜੀ ਦਿੰਦਾ ਹੈ? ਗੁਰੂ ਦੇ ਕੋਲ ਸੱਚ ਦੀ ਮੈਡੀਸਨ, ਸੱਚ ਦਾ ਦਾਰੂ ਕੀ ਹੈ? ਸਾਹਿਬ ਕਹਿੰਦੇ ਸੱਚ ਦਾ ਦਾਰੂ ਸੁਣੀ ਜਿੱਦਣ ਗੁਰੂ ਦੇ ਇਸ ਕੇਂਦਰ ਵਿੱਚ ਆ ਕੇ ਬੈਠੇਗਾ ਨਾ, ਜਿੱਥੇ ਕੂੜ ਦਾ ਨਸ਼ਾ ਟੁੱਟਣਾ ਹੈ। ਇੱਥੇ ਬਹਿਣ ਵਾਲਿਆ, ਮੇਰੇ ਸਤਿਗੁਰ ਨੇ ਪਹਿਲੀ ਚੋਟ ਤੇਰੇ ਤੇ ਕਰਨੀ ਹੈ। ਤੂੰ ਗੁਰੂ ਦੇ ਚਰਨਾਂ ਵਿੱਚ ਧਨ ਲਿਆ ਕੇ ਅਰਪਣ ਕੀਤਾ ਹੈ। ਕਿਤੇ ਅਹੰਕਾਰ ਨਾ ਕਰ ਬੈਠੀ ਮੈਂ ਕੁਝ ਗੁਰੂ ਨੂੰ ਦਿੱਤਾ ਹੈ। ਦੇਣ ਵਾਲਿਆ, ਤੇਰਾ ਇਹਦੇ ਵਿੱਚ ਕੁਝ ਵੀ ਨਹੀਂ ਸੀ।
ਤੇਰੇ ਕੂੜ ਦਾ ਨਸ਼ਾ ਟੁੱਟਣ ਲੱਗਾ ਹੈ। ਜਦੋਂ ਸਤਿਗੁਰੂ ਇਹ ਗੱਲ ਕਹਿਣਗੇ ਕਿ ਧਨਵੰਤਾ ਹੋਏ ਕਿਆ ਕੋ ਗਰਵੈ, ਜਾਂ ਸਭ ਕਿਛ ਤਿਸ ਕਾ ਦੀਆ ਦਰਵੈ। ਪਹਿਲੀ ਚੋਟ ਵੱਜੀ ਤੇ ਧਨ ਦਾ ਅਹੰਕਾਰ ਟੁੱਟ ਗਿਆ, ਮੈਂ ਅਮੀਰ। ਦੇਖੋ ਬੇਨਤੀ ਸਮਝਿਓ, ਇਹ ਸੂਖਮ ਦੀ ਖੇਡ ਹੈ। ਜਿੰਨੀ ਦੇਰ ਤੂੰ ਆਪਣੇ ਆਪ ਨੂੰ ਇਹ ਇਨਸਾਨ ਸਿਫਰ ਤੇ ਨਹੀਂ ਲੈ ਕੇ ਆਉਂਦਾ, ਸ਼ੂਨਿਆਂ ਤੇ ਨਹੀਂ ਲੈ ਕੇ ਆਉਂਦਾ, ਉਨੀ ਦੇਰ ਤੈਨੂੰ ਇੱਕ ਦੀ ਗੱਲ ਸਮਝਣੀ ਪਏਗੀ। ਸਤਿਗੁਰ ਨੇ ਰੱਬ ਦੀ ਵਿਆਖਿਆ ਕਰਦਿਆਂ ਗੱਲ ਪਤਾ ਕੀ ਕਹੀ? ਕਹਿੰਦੇ ਜਿਹੜੇ ਰੱਬ ਦੀ ਕਹਾਣੀ ਤੂੰ ਸੁਣਨ ਬੈਠਾ, ਜਿਹੜੇ ਰੱਬ ਦੀ ਕਹਾਣੀ ਤੂੰ ਕਥਨ ਕਰਨ ਬੈਠਾ, ਜਿਹੜੇ ਰੱਬ ਦੀਆਂ ਕਥਾ ਕਹਾਣੀਆਂ ਸੁਣ ਹਰ ਰੋਜ਼ ਮੰਦਰ ਮਸਜਿਦ ਗੁਰਦੁਆਰੇ ਜਾਂਦਾ, ਇਹ ਇਨਸਾਨ ਉਹ ਰੱਬ ਕੋਈ ਛੋਟੇ ਮੋਟੇ ਦੇਸ਼ ਦਾ ਰਾਜਾ ਨਹੀਂ। ਉਹ ਰੱਬ ਦੀ ਕਹਾਣੀ ਸੁਣਨ ਵਾਲਿਆਂ, ਰੱਬ ਕਿਸੇ ਇੱਕ ਬ੍ਰਹਿਮੰਡ ਦਾ ਮਾਲਕ ਨਹੀਂ। ਮਨੁੱਖ ਦੀ ਪਕੜ ਵਿੱਚ ਸਿਰਫ ਇੱਕ ਬ੍ਰਹਿਮੰਡ ਆਇਆ ਹੈ। ਇੱਕ ਬ੍ਰਹਿਮੰਡ, ਤੁਸੀਂ ਪੜ੍ਹੇ ਲਿਖੇ ਸੱਜਣ ਬੈਠੇ ਹੋ, ਸੂਰਜ ਦੇ 9 ਗ੍ਰਹਿਆਂ ਨੂੰ ਬ੍ਰਹਿਮੰਡ ਕਹਿੰਦੇ ਨੇ, ਜਿਹਦੇ ਵਿੱਚ ਆਹ ਪਲੇਸ ਜਿੱਥੇ ਧਰਤੀ ਤੇ ਆਪਾਂ ਰਹਿ ਰਹੇ, ਇੱਕ ਗ੍ਰਹਿ ਆ ਧਰਤੀ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ